ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹਿਲਾ ਪੰਜਵਾ। ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ। ਉਰਝ ਰਹਿਓ ਵਿਖਿਆ ਕੈ ਸੰਗਾ, ਮਨਹਿ ਵਿਆਪਤ ਅਨਕ ਤਰੰਗਾ। ਉਰਝ ਰਹਿਓ ਵਿਖਿਆ ਕੈ ਸੰਗਾ, ਮਨਹਿ ਵਿਆਪਤ ਅਨਕ ਤਰੰਗਾ। ਮੇਰੇ ਮਨ ਅਗੰਮ ਅਗੋਚਰ, ਕਤ ਪਾਈਐ ਪੂਰਨ ਪਰਮੇਸ਼ਰ। ਰਹਾਉ ਮੋਹ ਮਗਨ ਮਹਿ ਰਹਾ ਵਿਆਪੀ, ਅਤ ਤ੍ਰਿਸ਼ਨਾ ਕਬਹੂ ਨਹੀਂ ਤ੍ਰਾਪੀ। ਬਸੈ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨ ਸੂਝੈ ਮਹਾ ਗੁਬਾਰਾ। ਭ੍ਰਮਤ ਵਿਆਪਤ ਜਰੇ ਕਿਵਾਰਾ, ਜਾਣ ਨ ਪਾਈਐ ਪ੍ਰਭ ਦਰਬਾਰਾ। ਆਸਾ ਨੇਸਾ ਬੰਧ ਪਰਾਨਾ, ਮਹਿਲ ਨ ਪਾਵੈ ਫਿਰਤ ਬੇਗਾਨਾ। ਸਗਲ ਵਿਆਧ ਕੈ ਵਸ ਕਰ ਦੀਨਾ, ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਕਛੂ ਸਿਆਨਤ ਉਕਤ ਨ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ। ਕਰੋ ਬੇਨਤੀ ਸੰਤਨ ਪਾਸੇ, ਮੇਲ ਲਹੋ ਨਾਨਕ ਅਰਦਾਸੇ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਪਾਵਨ ਦੀਵਾਨ, ਜਿਨ੍ਹਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨ ਵਡਭਾਗੇ ਹੋ। ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਨਿਤਾਂ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਜੀ ਪਾਸੋਂ ਅਸੀਸਾਂ ਪ੍ਰਾਪਤ ਕਰਨ ਆਏ ਹੋ। ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼, ਅੱਜ ਦਾ ਪਾਵਨ ਪਵਿੱਤਰ ਮੁਖਵਾਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ
ਸੂਹੀ ਰਾਗ ਦੇ ਅੰਦਰ ਅਸ਼ਟਪਦੀ ਦੇ ਰੂਪ ਦੇ ਵਿੱਚ ਜਿਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਸਤਿਗੁਰੂ ਜੀ ਨੇ ਬਖਸ਼ੀ ਹੈ। ਇਹ ਪਾਵਨ ਪਵਿੱਤਰ ਬਚਨ ਮੁਬਾਰਕ ਅੰਗ 759 ਤੇ ਸੁਭਾਇਮਾਨ ਹੈ। ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਦੋ ਰਹਾਉ ਦੇ ਪਦੇ ਨੇ। ਪਹਿਲੇ ਵਿੱਚ ਸਵਾਲ ਹੈ, ਦੂਸਰੇ ਵਿੱਚ ਉਸ ਸਵਾਲ ਦਾ ਜਵਾਬ ਹੈ। ਸਵਾਲ ਇਹ ਹੈ, ਮਨਾ ਉਸ ਅਗੰਮ ਅਗੋਚਰ ਪਰਮਾਤਮਾ ਨੂੰ ਜਿਹੜਾ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਜਿਹੜਾ ਅਥਾਹ ਹੈ, ਅਪਹੁੰਚ ਹੈ, ਉਸ ਰੱਬ ਤੱਕ ਕਿਵੇਂ ਪਹੁੰਚਿਆ ਜਾ ਸਕੇ, ਉਸ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕੇ। ਫਿਰ ਮਾਲਕ ਨੇ ਸੰਪੂਰਨ ਸ਼ਬਦ ਵਿੱਚ ਕਾਰਨ ਦੱਸੇ ਨੇ ਕਿ ਕਿੰਨਾ ਕਾਰਨਾਂ ਕਰਕੇ ਅੰਦਰ ਬੈਠੇ ਰੱਬ ਨੂੰ ਇਹ ਵੇਖ ਨਹੀਂ ਸਕਦਾ। ਆਓ ਪਾਵਨ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਦੀ ਹਾਲਤ ਉਸ ਵੇਲ ਦੀ ਤਰ੍ਹਾਂ ਹੈ ਜਿਸ ਵੇਲ ਨੂੰ ਸਿਆਣੇ ਕਹਿੰਦੇ ਜੇ ਆਪਾਂ ਸੰਗਤ ਖੂਹ ਦੀ ਦੇ ਦਈਏ ਤੇ ਉਹ ਖੂਹ ਨੂੰ ਤੁਰ ਪੈਂਦੀ ਹੈ। ਜੇ ਉਸੇ ਵੇਲ ਨੂੰ ਸੰਗਤ ਜਿਹੜਾ ਹੈ ਦਰਖਤ ਦੀ ਮਿਲ ਜਾਵੇ ਤੇ ਹੌਲੀ ਹੌਲੀ ਦਰਖਤ ਤੇ ਚੜ੍ਹਦਿਆਂ ਚੜ੍ਹਦਿਆਂ ਇੱਕ ਦਿਨ ਉਹ ਚੋਟੀ ਤੇ ਪਹੁੰਚ ਜਾਂਦੀ ਹੈ। ਤੇ ਜੇ ਉਸੇ ਹੀ ਵੇਲ ਨੂੰ ਸੰਗਤ ਜਿਹੜਾ ਹੈ ਇੱਕ ਮੈਦਾਨ ਦੀ ਦੇ ਦਿੱਤੀ ਜਾਵੇ ਤੇ ਉਹ ਪੂਰਾ ਕਹਿ ਲੋ ਵਾਹ ਲਾਉਂਦੀ ਹੈ ਆਪਣਾ ਵੇਲ ਕਿ ਮੈਂ ਦੂਰ ਤੱਕ ਜਾਵਾਂ। ਉਹ ਪੂਰੇ ਮੈਦਾਨ ਦੇ ਵਿੱਚ ਪੂਰੇ ਕਹਿ ਲੋ ਕਿ ਧਰਤੀ ਤੇ ਜਿੱਥੋਂ ਤੱਕ ਵੀ ਉਹਦੀ ਸਮਰੱਥਾ ਹੈ ਉਹ ਜਾਏਗੀ। ਮਨ ਦੀ ਹਾਲਤ ਵੀ ਇਸੇ ਪ੍ਰਕਾਰ ਹੈ, ਜੈਸੀ ਸੰਗਤ ਮਿਲੇਗੀ ਵੈਸਾ ਹੀ ਇਹ ਪ੍ਰਭਾਵ ਕਬੂਲੇਗਾ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਾਇਆ ਦੀ ਸੰਗਤ ਕਰਕੇ ਇਹ ਮਾਇਆ ਦੇ ਵਿੱਚ ਮਸਤ ਰਹਿਣ ਲੱਗ ਪਿਆ। ਫਿਰ ਰੱਬ ਕਿੱਥੇ ਚੇਤੇ ਆਉਣਾ, ਰੱਬ ਨੂੰ ਪ੍ਰਾਪਤ ਕਰਨ ਦੀ ਗੱਲ ਕਿੱਥੇ ਚੇਤੇ ਵਿੱਚ ਆਉਣੀ ਹੈ। ਰੱਬ ਨਾਲ ਮਿਲਣਾ ਫਿਰ ਚੇਤੇ ਕਿੱਥੇ ਰਹਿਣਾ, ਕਿਉਂਕਿ ਮਾਇਆ ਵਿੱਚ ਮਸਤ ਹੈ। ਮਾਇਆ ਨੇ ਆਪਣੇ ਰੰਗ ਦੇ ਵਿੱਚ ਰੰਗ ਲਿਆ, ਜਿਸ ਕਰਕੇ ਯਤਨ ਨਹੀਂ ਕੀਤਾ ਮਨੁੱਖ ਨੇ ਕਿ ਪ੍ਰਮਾਤਮਾ ਜੋ ਅੰਦਰ ਬੈਠਾ ਹੈ ਉਹਨੂੰ ਮੈਂ ਕਿਤੇ ਦੇਖ ਲਵਾਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਾਲਤ ਐਸੀ ਬਣ ਗਈ ਫਿਰ ਉਰਜ ਰਹਿਓ ਵਿਖਿਆ ਕੈ ਸੰਗਾ। ਵਿਖਿਆ ਭਾਵ ਜ਼ਹਿਰ, ਭਾਵ ਮਾਇਆ ਰੂਪੀ ਜ਼ਹਿਰ। ਮਨੁੱਖ ਉਲਝਿਆ ਹੋਇਆ ਇਸ ਮਾਇਆ ਦੇ ਵਿੱਚ ਮਸਤ ਹੈ, ਆਪਣਾ ਆਪ ਇਹਨੇ ਸੌਂਪ ਦਿੱਤਾ ਸਭ ਮਾਇਆ ਨੂੰ। ਉਰਜ ਰਹਿਓ ਵਿਖਿਆ ਕੈ ਸੰਗਾ ਮਨ ਹੈ ਵਿਆਪਤ ਅਨਕ ਤਰੰਗਾ। ਹੁਣ ਸੰਗਤ ਮਾਇਆ ਦੀ ਹੈ ਤੇ ਮਨ ਕੀ ਮੰਗੇਗਾ, ਮਾਇਆ। ਜਿਸ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਮਾਇਆ ਦੀ ਪੂਰਤੀ ਦੇ ਲਈ ਮਨੁੱਖ ਦੇ ਅੰਦਰ ਲੋਭ ਆਉਂਦਾ ਹੈ, ਲਾਲਚ ਆਉਂਦਾ ਹੈ। ਇਹ ਲੋਭ ਦੀਆਂ ਲਹਿਰਾਂ ਫਿਰ ਮਨ ਹੈ ਵਿਆਪਤ ਅਨਕ ਤਰੰਗਾ। ਤਰੰਗਾ ਤੋਂ ਭਾਵ ਲਹਿਰਾਂ। ਲੋਭ ਦੀਆਂ ਲਹਿਰਾਂ ਫਿਰ ਜਿਹੜੀਆਂ ਨੇ ਬਹੁਤ ਉਛਾਲੇ ਮਾਰਦੀਆਂ ਨੇ ਕਿ ਮੈਂ ਮਾਇਆ ਦੀ ਪ੍ਰਾਪਤੀ ਦੇ ਲਈ, ਕਿਉਂਕਿ ਇਹਨੇ ਖੁਸ਼ ਰਹਿਣਾ ਸਿੱਖ ਲਿਆ ਮਾਇਆ ਦੇ ਵਿੱਚ ਕਿ ਸਭ ਕੁਛ ਇਹੋ ਹੀ ਹੈ, ਕੁਛ ਨਹੀਂ ਹੈ। ਫਿਰ ਪੂਰਤੀ ਲਈ ਇਹ ਦੌੜਦਾ ਮਨੁੱਖ ਭਟਕਣਾ ਦੇ ਵਿੱਚ। ਮੇਰੇ ਮਨ ਅਗੰਮ ਅਗੋਚਰ, ਹੇ ਮੇਰੇ ਮਨਾ
ਰੱਬ ਅਪਹੁੰਚ ਹੈ, ਉਦ ਤੱਕ ਅਸੀਂ ਨਹੀਂ ਪਹੁੰਚ ਸਕਦੇ ਆਪਣੀ ਮਤ ਮੁਤਾਬਕ। ਅਗੋਚਰ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਅੱਖਾਂ ਦਾ ਕੁਝ ਦਾਇਰਾ ਹੈ ਸਾਡਾ, ਕੰਨਾਂ ਦਾ ਵੀ ਦਾਇਰਾ ਹੈ, ਜੇਬਾਂ ਦਾ ਵੀ ਕੁਝ ਜਿਹੜਾ ਕਹਿ ਲਓ ਲਿਮਟ ਹੈ। ਕਿੰਨਾ ਚਿਰ ਬੋਲ ਲੈ ਗਏ, ਕਿੰਨੀ ਦੂਰ ਤੱਕ ਵੇਖ ਲਵਾਂਗੇ, ਕਿੰਨੀ ਦੂਰ ਤੱਕ ਜਿਹੜਾ ਹੈ ਸਾਡੀ ਸੁਣ ਸ਼ਕਤੀ ਹੈ। ਅਸਲ ਦੇ ਵਿੱਚ ਇਨਸਾਨ ਇਹਨਾਂ ਇੰਦਰੀਆਂ ਦੇ ਰਾਹੀਂ ਹੀ ਪ੍ਰਮਾਤਮਾ ਨੂੰ ਜਿਹੜਾ ਹੈ ਆਪਣੇ ਵਸ ਵਿੱਚ ਨਹੀਂ ਕਰ ਸਕਦਾ। ਉਹ ਅਗੋਚਰ ਹੈ, ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਕਤ ਪਾਈਐ ਪੂਰਨ ਪਰਮੇਸ਼ਰ। ਇਸ ਕਰਕੇ ਅਸੀਂ ਫਿਰ ਕਿਹੜਾ ਯਤਨ ਕਰੀਏ, ਕਿਹੜੀ ਵਿਧੀ, ਕਿਹੜਾ ਤਰੀਕਾ ਅਪਣਾਈਏ ਜਿਹਦੇ ਰਾਹੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕੀਏ, ਰੱਬ ਲੱਭ ਜਾਵੇ। ਰਹਾਉ ਮੋਹ ਮਗਨ ਮੈਂ ਰਹਾ ਬਿਆਪੀ। ਮੋਹ ਦੀ ਮਸਤੀ ਇਹਦੇ ਤੇ ਛਾਈ ਹੋਈ। ਭਾਵੇਂ ਸਰੀਰ ਦਾ ਮੋਹ ਲੈ ਲਓ, ਭਾਵੇਂ ਪਰਿਵਾਰ ਦਾ ਤੇ ਸੰਸਾਰ ਦਾ, ਕਿਸੇ ਦਾ ਵੀ ਲੈ ਲਓ, ਮਾਇਆ ਦੀ ਰੰਗਤ ਕਾਰਨ ਇਹਦੇ ਅੰਦਰ ਮੋਹ ਬੜਾ ਵਿਆਪਦਾ ਹੈ। ਮੋਹ ਦੀ ਮਸਤੀ ਵਿੱਚ ਮਗਨ ਰਹਿੰਦਾ ਹੈ। ਅਤ ਤ੍ਰਿਸ਼ਨਾ ਕਬਹੂ ਨਹੀਂ ਤਰਾਪੇ। ਅਤ ਦੀ ਇਹਦੇ ਅੰਦਰ ਲਾਲਸਾ ਹੈ, ਇੱਛਾਵਾਂ ਬੜੀਆਂ ਨੇ, ਆਸਾਵਾਂ ਬਹੁਤ ਨੇ, ਜਿਸ ਕਰਕੇ ਮਨੁੱਖ ਜਿਹੜਾ ਹੈ ਲਾਲਚੀ ਵਿਅਕਤੀ ਦਾ ਧਾਰਨੀ ਹੋ ਜਾਂਦਾ ਹੈ ਤੇ ਕਦੀ ਵੀ ਫਿਰ ਇਹਦਾ ਅੰਦਰ ਜਿਹੜਾ ਹੈ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ ਅੰਦਰ। ਕਿ ਅੱਗੇ ਮਾਲਕ ਕਹਿਣ ਲੱਗੇ, ਬਸੈ ਕ੍ਰੋਧ ਸਰੀਰ ਚੰਡਾਰਾ। ਇਹਦੇ ਹਿਰਦੇ ਦੇ ਵਿੱਚ ਫਿਰ ਕ੍ਰੋਧ ਵਸਦਾ ਹੈ, ਚੰਡਾਲ ਰੂਪੀ ਕ੍ਰੋਧ। ਅਗਿਆਨ ਨ ਸੂਝੈ ਮਹਾ ਗੁਬਾਰਾ। ਫਿਰ ਅਗਿਆਨਤਾ ਵਸ ਹਨੇਰਾ ਬੜਾ ਅੰਦਰ, ਗਿਆਨ ਹੈ ਨਹੀਂ, ਰੋਸ਼ਨੀ ਗਿਆਨ ਦੀ ਹੈ ਨਹੀਂ, ਜਿਸ ਕਰਕੇ ਮਨੁੱਖ ਅੰਦਰ ਕੁਝ ਵੇਖ ਸਕੇ। ਧੁੱਪ ਹਨੇਰਾ ਹੈ ਹਿਰਦੇ ਦੇ ਵਿੱਚ, ਜਿਸ ਕਰਕੇ ਮਾਲਕ ਕਹਿੰਦੇ ਰੱਬ ਦੇਖਦਾ ਹੀ ਨਹੀਂ, ਸਮਰੱਥਾ ਨੂੰ ਜਾਣਦਾ ਹੀ ਨਹੀਂ ਪਰਮਾਤਮਾ ਦੀ। ਇਤਿਹਾਸ ਵਿੱਚ ਬੜੀ ਪਿਆਰੀ ਘਟਨਾ ਹੈ। ਬਾਬਾ ਪ੍ਰਿਥੀ ਚੰਦ ਜਦੋਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਛੋਟੇ ਸਪੁੱਤਰ ਨੂੰ ਭੇਜਿਆ ਹੈ ਨਾ ਲਾਹੌਰ, ਜਾਓ ਤੁਹਾਡੇ ਤਾਇਆ ਜੀ ਦੇ ਘਰ ਜਾ ਕੇ ਉਹਨਾਂ ਦੇ ਸੁਪੁੱਤਰ ਦੇ ਵਿਆਹ ਦੇ ਵਿੱਚ ਤੁਸੀਂ ਜਿਹੜਾ ਹੈ ਕੰਮ ਕਾਜ ਕਰਵਾਓ, ਉੱਥੇ ਰਹੋ ਕੁਝ ਸਮਾਂ, ਅਸੀਂ ਬੁਲਾ ਲਵਾਂਗੇ ਤੁਹਾਨੂੰ। ਇਤਿਹਾਸ ਕਹਿੰਦਾ ਲੰਬੇਰਾ ਸਮਾਂ ਹੋ ਗਿਆ ਪਰ ਕੋਈ ਸਦਾ ਨਹੀਂ ਆਇਆ। ਦਰਸ਼ਨਾਂ ਦੀ ਤਾਂਘ ਬਾਈਬਲ ਤਨ ਮੁੱਖ ਰੱਖਦਿਆਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਹਾਲੇ ਗੁਰਤਾ ਗੱਦੀ ਨਹੀਂ ਮਿਲੀ, ਸੁਪੁੱਤਰ ਰੂਪ ਨੇ ਉਹ ਵੇਦਨਾ ਪ੍ਰਗਟ ਕੀਤੀ। ਕਹਿਣ ਲੱਗੇ ਤੁਹਾਡੇ ਦੀਦਾਰਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਗੁਰੂ ਰਾਮਦਾਸ ਸਾਹਿਬ ਜੀ, ਕਿਰਪਾ ਕਰੋ। ਤੇ ਚਿੱਠੀਆਂ ਲਿਖੀਆਂ ਗਈਆਂ ਉੱਥੇ। ਪਹਿਲੀ ਚਿੱਠੀ ਲਿਖੀ ਹੈ, ਉਹਦੇ ਵਿੱਚ ਅਵਸਥਾ ਦਾ ਜ਼ਿਕਰ ਕੀਤਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਕੁ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ। ਪਿਆਸ ਨਹੀਂ ਬੁਝਦੀ, ਅੰਦਰ ਟਿਕਾ ਨਹੀਂ ਬਣ ਰਿਹਾ, ਤੁਹਾਡੇ ਦਰਸ਼ਨ ਚਾਹੀਦੇ ਨੇ। ਪਹਿਲੀ ਚਿੱਠੀ ਭੇਜੀ ਗਈ, ਪ੍ਰਿਥੀ ਚੰਦ ਨੇ ਆਪਣੇ ਕੋਲ ਰੱਖ ਲਈ। ਸਮਾਂ ਪਾ ਕੇ ਫਿਰ ਦੂਜੀ ਚਿੱਠੀ ਭੇਜੀ ਗਈ। ਤੇਰਾ ਮੁਖ ਸੁਹਾਵਾ ਸਹਿਜ ਧੁਨ ਬਾਣੀ, ਫਿਰ ਹੋਆ ਦੇਖੈ ਸਾਰੰਗ ਪਾਣੀ, ਧਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਦੀ। ਦੂਜੀ ਚਿੱਠੀ ਬਾਬਾ ਪ੍ਰਿਥੀ ਚੰਦ ਜੀ ਨੇ ਫਿਰ ਰੱਖ ਲਈ। ਸਮਾਂ ਪਾ ਕੇ ਤੀਜੀ ਚਿੱਠੀ ਭੇਜੀ ਗਈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਉਸ ਸਿੱਖ ਨੂੰ ਕਹਿੰਦੇ ਨੇ, ਸਿਖਾ ਇਹ ਚਿੱਠੀ ਹੁਣ ਹੋਰ ਕਿਸੇ ਨੂੰ ਨਹੀਂ ਦੇਣੀ, ਜੋ ਕੁਝ ਮਰਜ਼ੀ ਹੋ ਜਾਵੇ,
क्योंकि हुण अवस्था ऐसी बन आई है कि एक घड़ी ना मिलते तां कलयुग होता। हुण कद मिले प्रेत तुध भगवंता, मोहे रैन ना बिहावे नींद न आवे। बिन देखे गुरु दरबारे जियो, ये चिट्ठी धन गुरु रामदास साहब जी कोल जानी चाहिए। ते उस सिख ने चिट्ठी बाबा प्रीति चंद जी तो बचा के गुरु रामदास साहब जी ने दिती, क्योंकि वह मिल नहीं सी दिंदा। हिरदे विच खोट सी, लालच सी, स्वार्थ सी कि मेरा छोटा भरा लाहौर रहेगा ते मैनू इत्थे गुरता गद्दी हासिल हो जाएगी। जो चिट्ठी मालक नूं मिली है तो सतगुरु जी ने चिट्ठी पढ़दियां सार बाबा बुढ़ा साहब जी नूं भेजिया, जाओ साडे छोटे फरजंद नूं लैके आओ। बड़े अदब दे नाल लाहौर तो लिआंदा गया ते जदों मिले ने आके सतगुरु गुरु रामदास साहब जी नूं सतगुरु जी दे छोटे सुपुत्र गल लग के रोण लग पए। गुरु रामदास साहब जी कहन लगे, की गल पुत्रा चेता नहीं आया? इन्ना चिर हो गया, चिट्ठी इक्को ही आई है। कहन लगे, नहीं सतगुरु तुसीं ते जाणदे हो दिलां दी, तुहानूं मैं की कहां, तुसीं ते सब जाणी जाण। कहंदे तां भी कहंदे चिट्ठियां ते भेजियां सी, शायद तुहाडे कोल पहुंचियां नहीं। कहन लगे किहदे राहीं? वो सिख भी नाल आया सी, हथ जोड़ के कहंदा तुहाडे वड्डे सुपुत्र नूं जिहड़ा है चिट्ठियां दित्तियां गईयां ते मैनूं इहो ही कह के मोड़ दिंदा सी ओह कि गुरु रामदास साहब जी कहंदे सब ठीक ठाक इत्थे ते उत्थे ही साडे छोटे सुपुत्र नूं कहो कि रवे, असीं जिन्ना चिर बोलीए ना उन्ना चिर आउणा नहीं। हुण इत्थे जिहड़ा है प्रीति चंद जी नूं बुलाया गया है ते भरी सभा दे विच इतिहास कहंदा सतगुरु गुरु रामदास साहब महाराज जी ने कई बार कहा, पुत्र तेरे कोल चिट्ठियां आईयां सन ते अग्गों जवाब सी मैं की करनियां चिट्ठियां। गुरु साहब जी फिर पुछदे ने, जे चिट्ठियां आईयां ते लै आ जाके, हो सकदा इधर उधर रख दित्तियां होण, ख्याल भुल गया होवे, मुकर गए। कहंदे उन्हां कागजां नूं मैं की करना है, उन्हां राहीं किहड़ा राज भाग जिहड़ा प्राप्त हो जाना है। ते सतगुरु जी कहंदे ठीक है भाई, एक सिख नूं भेजिया गया, जाओ इहदा जामा लैके आओ जिहदे विच चिट्ठियां पईयां सन। ਉਹ कपड़े लैके आंदे ते प्रीति चंद जी नूं ਇਹ ਗੱਲ कही गई गुरु रामदास साहब जी ਵੱਲੋਂ, ਆਪਣੇ ਆਪ ਆਪਣੇ ਜਾਮੇ ਦੀ ਜੇਬ ਦੇ ਵਿੱਚੋਂ ਤੁਸੀਂ ਜਿਹੜਾ ਹੈ ਨਾ ਕੁਝ ਕੱਢੋ, ਜੋ ਵੀ ਹੈ ਤੁਸੀਂ ਆਪਣਾ ਕੱਢੋ। ਹੁਣ ਜਿਹੜਾ ਹੈ ਉਹ ਹਾਵ ਭਾਵ ਹੀ ਬਦਲ ਗਏ ਕਿ ਇਹ ਤੇ ਚੋਰੀ ਫੜੀ ਗਈ, ਮੈਂ ਤੇ ਸਵਾਰਥ ਬਸ ਹੋ ਕੇ ਸਭ ਕੁਝ ਕੀਤਾ ਸੀ, ਪਰ ਇਹ ਸਭ ਕੁਝ ਗਲਤ ਹੋ ਗਿਆ। ਹੱਥ ਮਾਰਿਆ, ਕੁਝ ਕਾਗਜ਼ ਨਿਕਲੇ ਨੇ, ਉਹਨਾਂ ਕਾਗਜ਼ਾਂ ਦੇ ਵਿੱਚੋਂ 2 ਚਿੱਠੀਆਂ ਨਿਕਲ ਆਈਆਂ। सतगुरु जी कहंदे प्रीति चंद उत्थे बड़ी प्यारी गल कही, कवि संतोख सिंह जी कहंदे एक छोटी जी शै जिंदगी बर्बाद कर देंदी है, वडियाई खो लेंदी है। इत्थे रखी अज तू अपनी शोभा अपनी वडियाई जिहड़ी है खो लई है। संसार के अंदर तेरी वडियाई होनी सी, पर तू नहीं वडियाई करवाउण दे लायक ही नहीं। स्वार्थवश होके तू ये सब कुछ कीता है। कहण तो भाव यह है कि कुल कायनात जिन्हां अगे नतमस्तक हुंदी है, उन्हां कोल रहण वाला उन्हां दा वड्डा पुत्र जान ही नहीं सकिया कि गुरु रामदास पातशाह महाराज के समर्था दे मालक ने। अज्ञानता सी, स्वार्थ सी, लालच सी, जिस करके जिहड़ा है कोल रहिंदा समर्थ गुरु भी असल दे विच
नहीं जान सकिया। ਤੇ ਮਾਲਕ ਜੀ ਕਹਿੰਦੇ ਇਹਦਾ ਕਾਰਨ ਕੀ ਹੈ? ਪੰਜਵੇਂ ਪਾਤਸ਼ਾਹ ਕਹਿੰਦੇ ਕਾਰਨ ਇਹ ਹੈ ਕਿ ਭ੍ਰਮਤ ਵਿਆਪਤ ਜਰੇ ਕਿਵਾਰਾ, ਭਟਕਣਾ ਤੇ ਮਾਇਆ ਦਾ ਦਬਾਅ, ਇਹ ਦੋ ਦਰਵਾਜ਼ੇ ਸਾਡੀ ਜ਼ਿੰਦਗੀ ਨੂੰ ਲੱਗੇ ਹੋਏ ਨੇ ਤੇ ਬੰਦ ਨੇ। ਭਟਕਣਾ ਨੇ ਸਾਡਾ ਰਾਹ ਬੰਦ ਕੀਤਾ ਹੋਇਆ ਹੈ ਤੇ ਦੂਜਾ ਮਾਇਆ ਦਾ ਦਬਾਅ ਪ੍ਰਭਾਵ ਬੜਾ ਹੈ, ਜਿਸ ਕਰਕੇ ਮਨੁੱਖ ਕਿਤੇ ਜਾ ਨਹੀਂ ਪਾਉਂਦਾ। ਜਾਣ ਨ ਪਾਈਐ ਪ੍ਰਭ ਦਰਬਾਰਾ, ਸਮਝ ਹੋਣ ਦੇ ਬਾਵਜੂਦ ਵੀ ਇਹ ਰੱਬ ਨੂੰ ਨਹੀਂ ਪ੍ਰਾਪਤ ਕਰ ਸਕਿਆ। ਆਸਾ ਅੰਦੇਸਾ ਬੰਦ ਪਰਾਨਾ, ਮਨੁੱਖ ਦੀਆਂ ਇੱਛਾਵਾਂ, ਮਨੁੱਖ ਦੀਆਂ ਆਸਾਵਾਂ, ਇਹਨਾਂ ਵਿੱਚ ਹੀ ਸਾਰੀ ਜ਼ਿੰਦਗੀ ਉਲਝਿਆ ਰਿਹਾ। ਅੱਜ ਇੱਕ ਇੱਛਾ ਪੂਰੀ ਕੀਤੀ, ਸ਼ਾਮੀ ਦੂਜੀ ਤਿਆਰ ਹੋ ਗਈ, ਹੁਣ ਉਹਨੂੰ ਪੂਰੀ ਕਰਨ ਵਾਸਤੇ ਤਿਆਰ ਹੈ। ਉਹ ਕਰੇਗਾ ਤੇ ਅੱਗੇ ਫਿਰ ਇੱਛਾ ਤਿਆਰ ਹੈ। ਹੁਣ ਏਦਾਂ ਇੱਛਾਵਾਂ ਪੂਰੀਆਂ ਕਰਦਾ ਕਰਦਾ ਇਨਸਾਨ ਜਿਹੜਾ ਹੈ ਇੱਕ ਦਿਨ ਇਸ ਸੰਸਾਰ ਤੋਂ ਚਲਾ ਜਾਂਦਾ ਹੈ, ਪਰ ਇੱਛਾ ਦੀ ਪੂਰਤੀ ਨਹੀਂ ਹੁੰਦੀ। ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਕੋਇ। ਇੱਛਾਵਾਂ ਕਰਦਾ ਕਰਦਾ, ਪੂਰੀਆਂ ਕਰਦਾ ਕਰਦਾ ਇਨਸਾਨ ਪੂਰਾ ਹੋ ਜਾਂਦਾ ਹੈ, ਪਰ ਇਹ ਇੱਛਾ ਕਦੀ ਖਤਮ ਨਹੀਂ ਹੁੰਦੀ। ਤੇ ਮਾਲਕ ਕਹਿਣ ਲੱਗੇ ਮਹਿਲ ਨਾ ਪਾਵੇ ਫਿਰਤ ਬੇਗਾਨਾ, ਆਪਣੇ ਘਰ ਦੇ ਵਿੱਚ ਹੀ ਰਹਿੰਦਾ ਹੋਇਆ ਨਾ ਬਗਾਨਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ। ਏਦਾਂ ਘਰ ਇਹਦਾ ਹੀ ਹੈ, ਪਰ ਇੱਥੇ ਐ ਪਰਦੇਸੀਆਂ ਵਾਂਗੂ ਤੁਰਿਆ ਫਿਰਦਾ। ਕੋਈ ਭਟਕਣਾ ਹੈ, ਮਨ ਇੱਥੇ ਰੁਕਦਾ ਹੀ ਨਹੀਂ, ਇੱਧਰ ਉੱਧਰ ਭਟਕਦਾ ਹੈ। ਫਿਰ ਕੀ ਹੈ? ਆਪਣੇ ਘਰ ਦੇ ਵਿੱਚ ਹੀ ਪਰਦੇਸੀ ਬਣਿਆ ਹੋਇਆ ਹੈ। ਸਗਲ ਵਿਆਜ ਕਹਿ ਵਸ ਕਰ ਦੀਨਾ, ਫਿਰ ਇਹਨਾਂ ਚੀਜ਼ਾਂ ਨੇ ਕੀ ਕੀਤਾ? ਮਨੁੱਖ ਨੂੰ ਮਾਨਸਿਕ ਰੋਗੀ ਬਣਾ ਦਿੱਤਾ। ਸਗਲ ਵਿਆਜ, ਵਿਆਜ ਦਾ ਅਰਥ ਹੈ ਮਾਨਸਿਕ ਰੋਗ। ਫਿਰ ਇਹਦੇ ਅੰਦਰ ਪੈਦਾ ਹੁੰਦੇ ਨੇ ਰੋਗ, ਤੇ ਉਹੀ ਫਿਰ ਬਾਹਰ ਮੁਖੀ ਰੂਪ ਲੈ ਲੈਂਦੇ ਨੇ ਵੱਡੇ ਰੋਗਾਂ ਦਾ। ਮਾਨਸਿਕ ਰੋਗ ਦੇ ਵਿੱਚ ਫਿਰ ਗ੍ਰਸਿਆ ਗਿਆ ਇਨਸਾਨ। ਫਿਰਤ ਪਿਆਸ ਜਿਉਂ ਜਲ ਬਿਨ ਮੀਨਾ, ਐ ਫਿਰ ਤੜਫਦਾ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਕਛੂ ਸਿਆਨਪ ਉਕਤ ਨਾ ਮੋਰੀ, ਪੰਜਵੇਂ ਪਾਤਸ਼ਾਹ ਜੀ ਕਹਿੰਦੇ ਏਦਾਂ ਤਰਲਾ ਲੈ ਲਿਆ ਕਿ ਉਕਤ ਦਾ ਅਰਥ ਹੁੰਦਾ ਹੈ ਚਤੁਰਾਈ ਜਾਂ ਦਲੀਲ ਕਹਿ ਲਓ। ਰੱਬ ਜੀ ਮੇਰੇ ਕੋਲ ਕੋਈ ਸਿਆਣਪ ਨਹੀਂ, ਮੇਰੇ ਕੋਲ ਕੋਈ ਦਲੀਲ ਨਹੀਂ ਹੈ। ਏਕ ਆਸ ਠਾਕੁਰ ਪ੍ਰਭ ਤੋਰੀ, ਮੇਰੇ ਮਾਲਕ ਜੀ ਤੁਹਾਡੇ ਤੇ ਆਸਰਾ ਹੈ, ਤੁਹਾਡੇ ਤੇ ਹੀ ਵਿਸ਼ਵਾਸ ਹੈ। ਆ ਡੋਰੀ ਤੁਹਾਨੂੰ ਹੁਣ ਫੜਾ ਦਿੱਤੀ ਹੈ। ਕਰੋ ਬੇਨਤੀ ਸੰਤਨ ਪਾਸੇ, ਰੱਬੀ ਪਿਆਰਿਆਂ ਦੇ ਕੋਲ ਮੈਂ ਬੇਨਤੀ ਕਰਦਾ ਜਿਹੜੇ ਜੁੜ ਗਏ ਨੇ। ਮੇਲ ਲਹੋ ਨਾਨਕ ਅਰਦਾਸੀ, ਮੈਨੂੰ ਵੀ ਮਿਲਾ ਦਿਓ ਰੱਬ ਨਾਲ, ਮੇਰਾ ਵੀ ਮਿਲਾਪ ਹੋ ਜਾਵੇ ਕਿਤੇ ਇਸ ਮਨੁੱਖਾ ਦੇਹੀ ਦੇ ਰਾਹੀਂ। ਭਇਓ ਕਿਰਪਾਲ ਸਾਧ ਸੰਗ ਪਾਇਆ, ਰੱਬ ਜਦੋਂ ਦਇਆ ਕਰਦਾ ਹੈ ਨਾ, ਬਖਸ਼ਿਸ਼ ਕਰਦਾ ਹੈ, ਗੁਰੂ ਸਾਧੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਤੇ ਫਿਰ ਇਸ ਸੰਗਤ ਦੇ ਵਿੱਚ ਬੈਠ ਕੇ ਜਦੋਂ ਅਸੀਂ ਗੁਰੂ ਕੇ ਸ਼ਬਦ ਨੂੰ ਮੰਨਣਾ ਸ਼ੁਰੂ ਕਰਦੇ ਹਾਂ, ਮਾਲਕ ਅਖੀਰ ਵਿੱਚ ਕਹਿੰਦੇ ਨਾਨਕ ਤ੍ਰਿਪਤੇ ਪੂਰਾ ਪਾਇਆ। ਉਹ ਮਾਇਆ ਵੱਲੋਂ ਰੱਜ ਜਾਂਦਾ ਹੈ ਇਨਸਾਨ, ਸੰਤੋਖੀ ਬਣ ਜਾਂਦਾ ਹੈ, ਸਬਰ ਵਾਲਾ ਬਣ ਜਾਂਦਾ ਹੈ, ਤੇ ਪੂਰਾ ਪ੍ਰਮਾਤਮਾ ਸੰਪੂਰਨ ਜਿਹੜਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਪੂਰਨ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ। ਕ੍ਰਿਸ਼ਨਾ ਵੱਲੋਂ ਰੱਜ ਕੇ ਬਸ ਇਹੋ ਹੀ ਕਹਿੰਦਾ ਹੈ ਮਾਲਕ ਜੀ ਜੋ ਤੂੰ ਦਿੱਤਾ ਹੈ ਉਹਦੇ ਵਿੱਚ ਹੀ ਮੈਂ ਰਾਜੀ ਰਹਾਂ। ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ